ਅੱਜ ਗੱਲ ਕਰਦੇ ਹਾਂ ਉਸ ਹੀਰੇ ਦੀ ਜੋ ਪੰਜਾਬ ਦੀ ਕਦੇ ਸ਼ਾਨ ਹੁੰਦਾ ਸੀ। ਉਹ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਆਪਣੀ ਪੱਗ ਦੇ ਉੱਪਰ ਸਜਾਉਂਦੇ ਸਨ। 5000 ਸਾਲ ਪੁਰਾਣਾ ਇਹ ਹੀਰਾ ਸਭ ਤੋਂ ਪਹਿਲਾਂ ਕਿੱਥੇ ਮਿਲਿਆ ਸੀ? ਕੌਣ ਸੀ ਕੋਹਿਨੂਰ ਹੀਰੇ ਦਾ ਪਹਿਲਾ ਮਾਲਕ? ਕੋਹਿਨੂਰ ਨਾਂ ਕਿਸ ਨੇ ਦਿੱਤਾ ਸੀ? ਕੋਹਿਨੂਰ ਹੀਰਾ ਪਾਉਣ ਲਈ ਕਿੰਨੀਆਂ ਜੰਗਾਂ ਹੋਈਆਂ? ਕਿੰਨੇ ਬਾਦਸ਼ਾਹਾਂ ਦੇ ਕਤਲ ਹੋਏ? ਕਿੰਨੇ ਧੋਖੇ ਹੋਏ? ਕਿੰਨੇ ਲੋਕਾਂ ਦੀ ਕਿਸਮਤ ਇਸ ਹੀਰੇ ਨੇ ਚਮਕਾਈ ਤੇ ਕਿੰਨੇ ਲੋਕਾਂ ਨੂੰ ਇਸ ਹੀਰੇ ਨੇ ਬਰਬਾਦ ਕੀਤਾ? ਮਹਾਰਾਜਾ ਰਣਜੀਤ ਸਿੰਘ ਕੋਲ ਇਹ ਹੀਰਾ ਕਿਵੇਂ ਪਹੁੰਚਿਆ ਤੇ ਕਿਵੇਂ ਅੰਗਰੇਜ਼ ਪੰਜਾਬ ਤੋਂ ਇਹ ਹੀਰਾ ਲੈ ਗਏ? ਅੱਜ ਤੋਂ 5000 ਸਾਲ ਪਹਿਲਾਂ ਇਹ ਹੀਰਾ ਆਂਧਰਾ ਪ੍ਰਦੇਸ਼ ਦੇ ਨੇੜੇ ਗੋਲਕੁੰਡਾ ਦੀਆਂ ਖਦਾਨਾਂ 'ਚੋਂ ਮਿਲਿਆ ਸੀ। ਉੱਥੋਂ ਦੇ ਲੋਕਾਂ ਨੇ ਇਸ ਹੀਰੇ ਦੀ ਚਮਕ ਵੇਖ ਕੇ ਇਸ ਨੂੰ ਭੱਦਰਗਾਹੀ ਮਾਤਾ ਦੇ ਮੰਦਿਰ 'ਚ ਇੱਕ ਮੂਰਤੀ ਦੀ ਖੱਬੀ ਅੱਖ 'ਚ ਲਗਾ ਦਿੱਤਾ। ਕਾਫੀ ਸਮਾਂ ਇਹ ਹੀਰਾ ਉੱਥੇ ਹੀ ਸਥਾਪਿਤ ਰਿਹਾ। ਫਿਰ ਅਲਾਉਦੀਨ ਖਿਲਜੀ ਨੇ ਇਸ ਇਲਾਕੇ 'ਤੇ ਹਮਲਾ ਕੀਤਾ ਤੇ ਉਸ ਦੇ ਕਮਾਂਡਰ ਮਲਕ ਕਫੂਰ ਦੀ ਨਜ਼ਰ ਮੰਦਿਰ ਵਿੱਚ ਮੂਰਤੀ ਦੀ ਅੱਖ ਵਿੱਚ ਲੱਗੇ ਇਸ ਚਮਕਦੇ ਹੀਰੇ 'ਤੇ ਪਈ ਤੇ ਉਸਨੇ ਇਹ ਹੀਰਾ ਅੱਖ ਵਿੱਚੋਂ ਕੱਢ ਲਿਆ। ਉਹ ਇਸ ਨੂੰ ਅਲਾਉਦੀਨ ਖਿਲਜੀ ਨੂੰ ਦੇ ਦਿੰਦਾ ਹੈ। 7 ਸਾਲ ਬਾਅਦ ਅਲਾਉਦੀਨ ਖਿਲਜੀ ਦਾ ਕਤਲ ਹੋ ਜਾਂਦਾ ਹੈ ਤੇ ਇਹ ਹੀਰਾ ਮਲਕ ਕਫੂਰ ਕੋਲ ਆ ਜਾਂਦਾ ਹੈ। 1320 ਵਿੱਚ ਖਿਲਜੀਆਂ ਦਾ ਅੰਤ ਹੋ ਜਾਂਦਾ ਹੈ। ਇਸ ਤੋਂ ਬਾਅਦ 93 ਸਾਲ ਤੁਗਲਕ ਵੰਸ਼ ਦਾ ਭਾਰਤ 'ਤੇ ਰਾਜ ਹੋ ਜਾਂਦਾ ਹੈ। ਫਿਰ ਸੱਯਦ ਤੇ ਲੋਧੀ ਵੰਸ਼ ਰਾਜ ਕਰਦੇ ਹਨ। ਤੁਗਲਕ ਤੋਂ ਲੈ ਕੇ ਲੋਧੀ ਵੰਸ਼ ਤੱਕ 207 ਸਾਲਾਂ ਦੇ ਰਾਜ ਪ੍ਰਬੰਧ ਵਿੱਚ ਇਸ ਹੀਰੇ ਦਾ ਜ਼ਿਕਰ ਕਿਤੇ ਵੀ ਨਹੀਂ ਮਿਲਦਾ। ਫਿਰ 16ਵੀਂ ਸਦੀ ਵਿੱਚ ਭਾਰਤ 'ਤੇ ਬਾਬਰ ਹਮਲਾ ਕਰਦਾ ਹੈ। ਉਸ ਸਮੇਂ ਇਬਰਾਹਿਮ ਲੋਧੀ ਭਾਰਤ ਦਾ ਬਾਦਸ਼ਾਹ ਸੀ। ਪਾਣੀਪਤ ਦੇ ਸਥਾਨ 'ਤੇ ਬਹੁਤ ਵੱਡਾ ਯੁੱਧ ਹੁੰਦਾ ਹੈ ਤੇ ਬਾਬਰ ਜਿੱਤ ਜਾਂਦਾ ਹੈ। ਆਪਣੇ ਪੁੱਤਰ ਹਮਾਯੂੰ ਨੂੰ ਆਗਰੇ ਭੇਜਦਾ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਲੋਧੀਆਂ ਦਾ ਸਾਰਾ ਖਜ਼ਾਨਾ ਆਗਰੇ ਵਿੱਚ ਹੈ। ਫਿਰ ਉੱਥੋਂ ਹੀ ਬਹੁਤ ਸਾਰਾ ਖਜ਼ਾਨਾ ਤੇ ਇਹ ਅਨਮੋਲ ਤੇ ਚਮਕਦਾਰ ਹੀਰਾ ਉਸ ਨੂੰ ਪ੍ਰਾਪਤ ਹੁੰਦਾ ਹੈ। ਇਸ ਹੀਰੇ ਦਾ ਲਿਖਤੀ ਰੂਪ ਵਿੱਚ ਜ਼ਿਕਰ ਬਾਬਰਨਾਮਾ ਕਿਤਾਬ ਵਿੱਚ ਮਿਲਦਾ ਹੈ ਜੋ ਬਾਬਰ ਦੇ ਜੀਵਨ ਬਾਰੇ ਲਿਖੀ ਗਈ ਸੀ। ਬਾਬਰ ਦੀ ਮੌਤ ਤੋਂ ਬਾਅਦ ਇਹ ਹੀਰਾ ਉਸਦੇ ਪੁੱਤਰ ਹਮਾਯੂੰ ਕੋਲ ਆ ਗਿਆ, ਪਰ ਅਜੇ ਤੱਕ ਇਸ ਹੀਰੇ ਨੂੰ ਕੋਈ ਨਾਮ ਨਹੀਂ ਸੀ ਮਿਲਿਆ। ਇਹ ਹੀਰਾ ਅਜੇ ਵੀ ਬੇਨਾਮ ਹੀ ਸੀ। ਫਿਰ ਕਰੀਬ 10 ਸਾਲ ਬਾਅਦ ਬਾਬਰ ਦੀ ਫੌਜ ਦਾ ਹੀ ਇੱਕ ਕਮਾਂਡਰ ਸ਼ੇਰ ਸ਼ਾਹ ਸੂਰੀ ਹਮਾਯੂੰ ਨੂੰ ਹਰਾ ਦਿੰਦਾ ਹੈ ਤੇ ਹਮਾਯੂੰ ਨੂੰ ਜੰਗ ਦਾ ਮੈਦਾਨ ਛੱਡ ਕੇ ਭੱਜਣਾ ਪੈਂਦਾ ਹੈ। ਉਦੋਂ ਜੰਗ 'ਚੋਂ ਭੱਜਿਆ ਹਮਾਯੂੰ ਪੰਜਾਬ ਵਿੱਚੋਂ ਹੁੰਦਾ ਹੋਇਆ ਸਿੱਖ ਗੁਰੂ ਅੰਗਦ ਦੇਵ ਜੀ ਨੂੰ ਵੀ ਮਿਲਦਾ ਹੈ ਤੇ ਫਿਰ ਈਰਾਨ ਪਹੁੰਚਦਾ ਹੈ। ਈਰਾਨ ਦਾ ਸ਼ਾਸਕ ਸੀ ਸ਼ਾਹ ਤਮਸ਼ਪ ਜੋ ਹਮਾਯੂੰ ਦੀ ਬਹੁਤ ਮਦਦ ਕਰਦਾ ਹੈ। ਉੱਥੇ ਰਹਿ ਕੇ ਇਹ ਆਪਣੀ ਫੌਜ ਨੂੰ ਤਕੜਾ ਕਰਦਾ ਹੈ ਤੇ ਦੁਬਾਰਾ ਭਾਰਤ 'ਤੇ ਹਮਲਾ ਕਰਕੇ ਸ਼ੇਰ ਸ਼ਾਹ ਸੂਰੀ ਨੂੰ ਹਰਾ ਕੇ ਭਾਰਤ ਦਾ ਬਾਦਸ਼ਾਹ ਬਣ ਜਾਂਦਾ ਹੈ। ਪਰ ਈਰਾਨ ਤੋਂ ਵਾਪਸ ਆਉਣ ਤੋਂ ਪਹਿਲਾਂ ਹਮਾਯੂੰ ਇਹ ਹੀਰਾ ਈਰਾਨ ਦੇ ਬਾਦਸ਼ਾਹ ਸ਼ਾਹ ਤਮਸ਼ਪ ਨੂੰ ਤੋਹਫੇ ਵਜੋਂ ਦੇ ਦਿੰਦਾ ਹੈ, ਪਰ ਇਸ ਹੀਰੇ ਦੀ ਕਿਸਮਤ ਵਿੱਚ ਫਿਰ ਭਾਰਤ ਆਉਣਾ ਹੀ ਲਿਖਿਆ ਸੀ। ਥੋੜ੍ਹੀ ਦੇਰ ਬਾਅਦ ਹੀ ਈਰਾਨ ਦਾ ਸ਼ਾਸਕ ਸ਼ਾਹ ਤਮਸ਼ਪ ਇਹ ਹੀਰਾ ਭਾਰਤ ਦੇ ਦੱਖਣ ਵਿੱਚ ਮੌਜੂਦ ਅਹਿਮਦਨਗਰ ਦੇ ਸੁਲਤਾਨ ਨੂੰ ਭੇਂਟ ਕਰਨ ਲਈ ਇੱਕ ਦੂਤ ਨੂੰ ਭੇਜਦਾ ਹੈ, ਪਰ ਇਹ ਦੂਤ ਰਸਤੇ 'ਚ ਹੀ ਗਾਇਬ ਹੋ ਜਾਂਦਾ ਹੈ। ਨਾ ਹੀਰਾ ਮਿਲਦਾ ਹੈ ਤੇ ਨਾ ਹੀ ਇਹ ਦੂਤ। ਫਿਰ ਇਸ ਤੋਂ ਬਾਅਦ ਇਹ ਹੀਰਾ ਕਰੀਬ 100 ਸਾਲ ਬਾਅਦ ਭਾਰਤ ਦੇ ਕਰਨਾਟਕ ਦੇ ਮੀਰ ਜੁਮਲਾ ਨਾਂ ਦੇ ਹੀਰਿਆਂ ਦੇ ਵਪਾਰੀ ਕੋਲ ਵੇਖਿਆ ਗਿਆ। ਉਹ ਬਹੁਤ ਹੀ ਅਮੀਰ ਸੀ, ਇਸ ਕਰਕੇ ਕਰਨਾਟਕ ਦੇ ਹੁਕਮਰਾਨ ਉਸ ਦੀ ਜਾਇਦਾਦ ਹੜੱਪਣਾ ਚਾਹੁੰਦੇ ਸਨ। ਇਸ ਕਾਰਨ ਉਸਨੇ ਸੋਚਿਆ ਕਿਉਂ ਨਾ ਉਹ ਜਾ ਕੇ ਭਾਰਤ ਦੇ ਸਮਰਾਟ ਨੂੰ ਮਿਲੇ। ਉਹ ਦਿੱਲੀ ਜਾਂਦਾ ਹੈ ਤੇ ਮੁਗਲ ਸ਼ਾਸਕ ਸ਼ਾਹਜਹਾਂ ਨੂੰ ਇਹ ਹੀਰਾ ਤੋਹਫੇ ਵਜੋਂ ਦੇ ਦਿੰਦਾ ਹੈ। ਇਸ ਤਰ੍ਹਾਂ ਇਹ ਹੀਰਾ ਮੁਗਲ ਵੰਸ਼ ਕੋਲ ਆ ਜਾਂਦਾ ਹੈ। ਸ਼ਾਹਜਹਾਂ ਦੀ ਮੌਤ ਤੋਂ ਬਾਅਦ ਇਹ ਕੀਮਤੀ ਹੀਰਾ ਉਸ ਦੇ ਪੁੱਤਰ ਔਰੰਗਜ਼ੇਬ ਕੋਲ ਆ ਜਾਂਦਾ ਹੈ। ਇਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਚੱਲਦੇ ਚੱਲਦੇ ਹੀਰਾ ਮੁਹੰਮਦ ਸ਼ਾਹ ਕੋਲ ਆ ਜਾਂਦਾ ਹੈ। ਫਿਰ 18ਵੀਂ ਸਦੀ ਵਿੱਚ ਈਰਾਨ ਦਾ ਸ਼ਾਸਕ ਨਾਦਰ ਸ਼ਾਹ ਭਾਰਤ 'ਤੇ ਹਮਲਾ ਕਰ ਦਿੰਦਾ ਹੈ। ਉਹ ਇੱਕ ਦਿਨ ਵਿੱਚ ਹੀ ਦਿੱਲੀ ਦੇ 30,000 ਲੋਕਾਂ ਦਾ ਕਤਲੇਆਮ ਕਰ ਦਿੰਦਾ ਹੈ ਤੇ 90 ਕਰੋੜ ਦਾ ਖਜ਼ਾਨਾ ਲੁੱਟ ਲੈਂਦਾ ਹੈ। ਇਸੇ 90 ਕਰੋੜ ਦੇ ਖਜ਼ਾਨੇ ਵਿੱਚ ਇਹ ਕੋਹਿਨੂਰ ਹੀਰਾ ਵੀ ਸ਼ਾਮਲ ਹੁੰਦਾ ਹੈ। ਨਾਦਰ ਸ਼ਾਹ ਜਦੋਂ ਇਸ ਹੀਰੇ ਨੂੰ ਵੇਖਦਾ ਹੈ ਤੇ ਹੀਰਾ ਇੰਨਾ ਜ਼ਿਆਦਾ ਚਮਕਦਾ ਹੁੰਦਾ ਹੈ ਕਿ ਉਹ ਇਸ ਨੂੰ ਵੇਖ ਕੇ ਕਹਿੰਦਾ ਹੈ ਕੋਹਿਨੂਰ। ਕੋਹੇ ਦਾ ਅਰਥ ਹੈ ਪਹਾੜ ਤੇ ਨੂਰ ਦਾ ਅਰਥ ਹੈ ਰੋਸ਼ਨੀ। ਉਸ ਦੇ ਕਹਿਣ ਦਾ ਭਾਵ ਸੀ ਕਿ ਪਹਾੜ ਜਿੰਨੀ ਰੋਸ਼ਨੀ। ਇਸ ਤੋਂ ਅੰਦਾਜ਼ਾ ਲਗਾਓ ਕਿ ਇਹ ਹੀਰਾ ਕਿੰਨਾ ਚਮਕਦਾਰ ਤੇ ਸੁੰਦਰ ਹੋਵੇਗਾ, ਜਿਸ ਨੂੰ ਵੇਖ ਕੇ ਨਾਦਰ ਸ਼ਾਹ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਹੈ ਕੋਹਿਨੂਰ। ਇਸੇ ਤਰ੍ਹਾਂ ਇਸ ਬੇਨਾਮ ਹੀਰੇ ਨੂੰ ਇੱਕ ਨਾਮ ਮਿਲ ਜਾਂਦਾ ਹੈ। ਇਸ ਤੋਂ ਬਾਅਦ ਕਤਲਾਂ, ਧੋਖਿਆਂ ਤੇ ਸਾਜ਼ਿਸ਼ਾਂ ਦਾ ਇੱਕ ਦੌਰ ਸ਼ੁਰੂ ਹੋ ਜਾਂਦਾ ਹੈ। 7 ਸਾਲ ਬਾਅਦ ਹੀ ਨਾਦਰ ਸ਼ਾਹ ਦਾ ਕਤਲ ਹੋ ਜਾਂਦਾ ਹੈ। ਸੁੱਤੇ ਪਏ ਦਾ ਹੀ ਗਲਾ ਵੱਢ ਦਿੱਤਾ ਜਾਂਦਾ ਹੈ ਤੇ ਇਹ ਹੀਰਾ ਉਸਦੇ ਭਤੀਜੇ ਅਲੀ ਸ਼ਾਹ ਕੋਲ ਆ ਜਾਂਦਾ ਹੈ। ਇਸ ਤੋਂ ਬਾਅਦ ਇਹ ਹੀਰਾ ਨਾਦਰ ਸ਼ਾਹ ਦੇ ਪੋਤਰੇ ਸ਼ਾਹਰੁਖ ਮਿਰਜ਼ਾ ਕੋਲ ਆ ਜਾਂਦਾ ਹੈ। ਉਸ ਨੂੰ ਵੀ ਉਸਦਾ ਹੀ ਸਾਥੀ ਅਗਾ ਮੁਹੰਮਦ ਕੈਦ ਕਰ ਲੈਂਦਾ ਹੈ। ਸ਼ਾਹਰੁਖ ਮਿਰਜ਼ਾ ਦੇ ਸਿਰ ਵਿੱਚ ਗਰਮ ਰੇਤ ਪਾਈ ਜਾਂਦੀ ਹੈ ਤੇ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਦੱਸ ਕੋਹਿਨੂਰ ਹੀਰਾ ਕਿੱਥੇ ਹੈ।
ਤੇ ਹੋਰ ਵੀ ਬਹੁਤ ਸਾਰੇ ਤਸੀਹੇ ਦਿੱਤੇ ਜਾਂਦੇ ਹਨ। ਪਰ ਸ਼ਾਹਰੁਖ ਮਿਰਜ਼ਾ ਕੋਹਿਨੂਰ ਹੀਰਾ ਪਹਿਲਾਂ ਹੀ ਆਪਣੇ ਦਾਦੇ ਨਾਦਰ ਸ਼ਾਹ ਦੇ ਵਫਾਦਾਰ ਸਿਪਾਹੀ ਅਹਿਮਦ ਸ਼ਾਹ ਅਬਦਾਲੀ ਨੂੰ ਸੌਂਪ ਦਿੰਦਾ ਹੈ। ਅਹਿਮਦ ਸ਼ਾਹ ਅਬਦਾਲੀ ਬਾਦਸ਼ਾਹ ਬਣ ਜਾਂਦਾ ਹੈ ਤੇ ਭਾਰਤ 'ਤੇ 8 ਹਮਲੇ ਕਰਦਾ ਹੈ। ਉਹ ਹਰ ਜੰਗ ਵਿੱਚ ਇਹ ਹੀਰਾ ਆਪਣੀ ਬਾਂਹ ਨਾਲ ਬੰਨ੍ਹ ਕੇ ਰੱਖਦਾ ਸੀ। ਉਸ ਦੀ ਮੌਤ ਤੋਂ ਬਾਅਦ ਇਹ ਹੀਰਾ ਉਸ ਦੇ ਪੁੱਤਰ ਤੈਮੂਰ ਸ਼ਾਹ ਕੋਲ ਆ ਜਾਂਦਾ ਹੈ। ਤੈਮੂਰ ਦੀ ਮੌਤ ਤੋਂ ਬਾਅਦ ਇਹ ਹੀਰਾ ਤੈਮੂਰ ਦੇ ਪੁੱਤਰ ਯਾਨੀ ਕਿ ਅਬਦਾਲੀ ਦੇ ਪੋਤਰੇ ਸ਼ਾਹ ਜਮਾਨ ਕੋਲ ਆ ਜਾਂਦਾ ਹੈ। ਸ਼ਾਹ ਜਮਾਨ ਨੂੰ ਵੀ ਇਸ ਹੀਰੇ ਖਾਤਰ ਇੱਕ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਸ਼ਾਹ ਜਮਾਨ ਬੜੀ ਚਲਾਕੀ ਨਾਲ ਉਸੇ ਹੀ ਕਿਲ੍ਹੇ ਦੀ ਕੰਧ ਵਿੱਚ ਇਸ ਹੀਰੇ ਨੂੰ ਲੁਕਾ ਦਿੰਦਾ ਹੈ। ਉਸ ਨੂੰ ਬਹੁਤ ਤਸੀਹੇ ਦਿੱਤੇ ਜਾਂਦੇ ਹਨ ਪਰ ਹੀਰਾ ਨਹੀਂ ਮਿਲਦਾ। ਫਿਰ ਸ਼ਾਹ ਜਮਾਨ ਦੇ ਛੋਟੇ ਭਰਾ ਸ਼ਾਹ ਸੁਜਾ ਨੂੰ ਪਤਾ ਚੱਲਦਾ ਹੈ ਕਿ ਉਸਦੇ ਭਰਾ ਸ਼ਾਹ ਜਮਾਨ ਨੂੰ ਵੀ ਕੈਦ ਕਰ ਲਿਆ ਗਿਆ ਹੈ ਤੇ ਕੋਹਿਨੂਰ ਹੀਰਾ ਉਸਦੇ ਕੋਲ ਹੈ। ਸ਼ਾਹ ਸੁਜਾ ਇਸ ਕਿਲ੍ਹੇ 'ਤੇ ਹਮਲਾ ਕਰ ਦਿੰਦਾ ਹੈ ਤੇ ਕਿਲ੍ਹੇ ਦੇ ਮਾਲਕ ਕੋਲੋਂ ਹੀਰਾ ਮੰਗਦਾ ਹੈ ਪਰ ਉਸ ਕੋਲ ਵੀ ਹੀਰਾ ਨਹੀਂ ਸੀ। ਫਿਰ ਗੁੱਸੇ ਵਿੱਚ ਆਇਆ ਸ਼ਾਹ ਸੁਜਾ ਉਸ ਕਿਲ੍ਹੇ ਨੂੰ ਤਬਾਹ ਕਰ ਜਾਂਦਾ ਹੈ, ਕਿਲ੍ਹੇ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕਰ ਜਾਂਦਾ ਹੈ। ਇਹ ਹੀਰਾ ਮਲਬਿਆਂ ਦੇ ਢੇਰ ਵਿੱਚ ਗੁੰਮਨਾਮੀ ਦੇ ਹਨੇਰੇ ਵਿੱਚ ਪਿਆ ਰਹਿੰਦਾ ਹੈ। ਕਾਫੀ ਦਿਨਾਂ ਬਾਅਦ ਇੱਕ ਬਜ਼ੁਰਗ ਮੌਲਵੀ ਉੱਥੋਂ ਲੰਘਦਾ ਹੈ ਤੇ ਮਲਬੇ ਵਿੱਚ ਇੱਕ ਚਮਕਦਾਰ ਪੱਥਰ ਨੂੰ ਵੇਖ ਕੇ ਉਸ ਨੂੰ ਘਰ ਲੈ ਜਾਂਦਾ ਹੈ। ਥੋੜ੍ਹੇ ਸਮੇਂ ਬਾਅਦ ਸ਼ਾਹ ਸੁਜਾ ਨੂੰ ਪਤਾ ਚੱਲ ਜਾਂਦਾ ਹੈ ਤੇ ਉਸਦੇ ਸਿਪਾਹੀ ਮੌਲਵੀ ਕੋਲੋਂ ਹੀਰਾ ਲੈ ਜਾਂਦੇ ਹਨ ਤੇ ਇਸ ਤਰ੍ਹਾਂ ਸ਼ਾਹ ਸੁਜਾ ਕੋਲੇ ਇਹ ਹੀਰਾ ਆ ਜਾਂਦਾ ਹੈ। ਉਹ ਬਹੁਤ ਹੀ ਖੁਸ਼ ਹੁੰਦਾ ਹੈ। ਕੁਝ ਹੀ ਸਮੇਂ ਬਾਅਦ ਸ਼ਾਹ ਸੁਜਾ ਦਾ ਸਾਰਾ ਰਾਜ ਭਾਗ ਖਤਮ ਹੋ ਗਿਆ ਤੇ ਉਹ ਬਹੁਤ ਹੀ ਗਰੀਬੀ ਦੀ ਹਾਲਤ ਵਿੱਚ ਆ ਗਿਆ। ਫਿਰ ਉਸ ਨੂੰ ਕਸ਼ਮੀਰ ਦਾ ਰਾਜਾ ਅਤੇ ਮੁਹੰਮਦ ਕੈਦ ਕਰ ਲੈਂਦਾ ਹੈ ਤੇ ਉਸ ਕੋਲੋਂ ਕੋਹਿਨੂਰ ਹੀਰਾ ਮੰਗਦਾ ਹੈ ਪਰ ਉਹ ਹੀਰਾ ਉਸ ਕੋਲ ਨਹੀਂ ਸੀ। ਇਹ ਹੀਰਾ ਉਸਦੇ ਪਰਿਵਾਰ ਤੇ ਉਸਦੀ ਪਤਨੀ ਵਫਾ ਬੇਗਮ ਕੋਲ ਹੁੰਦਾ ਹੈ। ਜਦੋਂ ਵਫਾ ਬੇਗਮ ਨੂੰ ਪਤਾ ਚੱਲਦਾ ਹੈ ਕਿ ਉਸਦਾ ਪਤੀ ਸ਼ਾਹ ਸੁਜਾ ਅਤੇ ਮੁਹੰਮਦ ਦੀ ਕੈਦ ਵਿੱਚ ਹੈ ਤੇ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਜਾਂਦੀ ਹੈ ਤੇ ਆਪਣਾ ਦਰਦ ਸੁਣਾਉਂਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਪਤੀ ਨੂੰ ਛੁਡਾ ਲਓ। ਇੱਥੇ ਉਹ ਜਜ਼ਬਾਤਾਂ 'ਚ ਵਹਿ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਵਾਅਦਾ ਕਰ ਲੈਂਦੀ ਹੈ ਕਿ ਜੇ ਤੁਸੀਂ ਮੇਰੇ ਪਤੀ ਨੂੰ ਛੁਡਾਓਗੇ ਤਾਂ ਮੈਂ ਇੱਕ ਬਹੁਤ ਹੀ ਕੀਮਤੀ ਹੀਰਾ ਕੋਹਿਨੂਰ ਤੁਹਾਨੂੰ ਦਿਆਂਗੀ। ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਨੂੰ ਨਾਲ ਲੈ ਕੇ ਕਸ਼ਮੀਰ 'ਤੇ ਹਮਲਾ ਕਰਦੇ ਹਨ ਤੇ ਸ਼ਾਹ ਸੁਜਾ ਨੂੰ ਛੁਡਾ ਲੈਂਦੇ ਹਨ। ਫਿਰ ਮਹਾਰਾਜਾ ਰਣਜੀਤ ਸਿੰਘ ਉਸ ਹੀਰੇ ਦੀ ਮੰਗ ਕਰਦੇ ਹਨ ਪਰ ਵਫਾ ਬੇਗਮ ਤੇ ਸ਼ਾਹ ਸੁਜਾ ਦੀ ਨੀਅਤ ਬਦਲ ਜਾਂਦੀ ਹੈ ਤੇ ਹੀਰਾ ਨਹੀਂ ਦਿੰਦੇ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਤੁਸੀਂ ਸਾਡੀ ਕੈਦ ਵਿੱਚ ਹੋ ਤੇ ਤੁਸੀਂ ਖੁਦ ਵਾਅਦਾ ਕੀਤਾ ਸੀ। ਫਿਰ ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ ਹਨ ਤੇ ਅੰਤ ਵਫਾ ਬੇਗਮ ਤੇ ਸ਼ਾਹ ਸੁਜਾ ਮਹਾਰਾਜਾ ਰਣਜੀਤ ਸਿੰਘ ਕੋਲੋਂ ਇਸ ਹੀਰੇ ਦੇ ਬਦਲੇ ਇਸ ਦੀ ਰਕਮ ਦੀ ਮੰਗ ਕਰਦੇ ਹਨ। ਮਹਾਰਾਜਾ ਉਹਨਾਂ ਨੂੰ ਖਜ਼ਾਨੇ 'ਚੋਂ ਕਾਫੀ ਵੱਡੀ ਰਕਮ ਅਦਾ ਕਰਦੇ ਹਨ ਤੇ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਆ ਜਾਂਦਾ ਹੈ। ਇਸ ਹੀਰੇ ਨੂੰ ਅਸਲੀ ਪ੍ਰਸਿੱਧੀ ਮਹਾਰਾਜਾ ਰਣਜੀਤ ਸਿੰਘ ਕੋਲ ਆਉਣ ਤੋਂ ਬਾਅਦ ਹੀ ਮਿਲਦੀ ਹੈ। ਉਹ ਇਸ ਨੂੰ ਆਪਣੀ ਪੱਗ ਵਿੱਚ ਸਜਾ ਕੇ ਆਪਣੀ ਸੱਜੀ ਬਾਂਹ 'ਤੇ ਬੰਨ੍ਹ ਕੇ ਰੱਖਦੇ ਸਨ। ਇਸ ਹੀਰੇ ਨੂੰ ਗੋਬਿੰਦਗੜ੍ਹ ਕਿਲ੍ਹੇ ਵਿੱਚ ਰੱਖਦੇ ਸਨ ਪਰ ਇਸ ਨੂੰ ਤਬਦੀਲ ਕਰਦੇ ਰਹਿੰਦੇ ਸਨ, ਇੱਕ ਕਿਲ੍ਹੇ ਤੋਂ ਦੂਜੇ ਕਿਲ੍ਹੇ ਵਿੱਚ, ਦੂਜੇ ਤੋਂ ਤੀਜੇ ਕਿਲ੍ਹੇ ਵਿੱਚ। ਇਸ ਹੀਰੇ ਦੀ ਚਰਚਾ ਇੰਨੀ ਜ਼ਿਆਦਾ ਸੀ ਕਿ ਅੰਗਰੇਜ਼ਾਂ ਦੀ ਨਜ਼ਰ ਵਿੱਚ ਵੀ ਆ ਗਿਆ ਸੀ। ਕੁਝ ਸਮੇਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਧਰੰਗ ਦੇ ਕਾਰਨ ਮੌਤ ਹੋ ਜਾਂਦੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਸਭ ਤੋਂ ਵੱਡਾ ਪੁੱਤਰ ਖੜਕ ਸਿੰਘ ਮਹਾਰਾਜਾ ਬਣਦਾ ਹੈ ਤੇ ਇਹ ਹੀਰਾ ਉਹਨਾਂ ਦੇ ਪੁੱਤਰ ਖੜਕ ਸਿੰਘ ਕੋਲ ਆ ਜਾਂਦਾ ਹੈ। ਪਰ ਉਸ ਦੀ ਮੌਤ ਤੋਂ ਬਾਅਦ ਇਹ ਹੀਰਾ ਉਸਦੇ ਪੁੱਤਰ ਨੌਨਿਹਾਲ ਕੋਲ ਆ ਜਾਂਦਾ ਹੈ ਤੇ ਉਸ ਦਾ ਵੀ ਕਤਲ ਹੋ ਜਾਂਦਾ ਹੈ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਭ ਤੋਂ ਛੋਟੀ ਰਾਣੀ ਜਿੰਦਾ ਦੇ 5 ਸਾਲਾਂ ਦੇ ਪੁੱਤਰ ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਹੁਣ ਮਹਾਰਾਜਾ ਦਲੀਪ ਸਿੰਘ ਇਸ ਹੀਰੇ ਦੇ ਮਾਲਕ ਬਣ ਜਾਂਦੇ ਹਨ। ਜਦੋਂ ਉਹ 10 ਸਾਲ ਦੇ ਹੁੰਦੇ ਹਨ ਤਾਂ ਅੰਗਰੇਜ਼ਾਂ ਵੱਲੋਂ ਉਹਨਾਂ ਨੂੰ ਬੜੀ ਚਲਾਕੀ ਨਾਲ ਰਾਣੀ ਜਿੰਦਾ ਤੋਂ ਦੂਰ ਕਰ ਦਿੱਤਾ ਜਾਂਦਾ ਹੈ ਤੇ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਜਾਂਦਾ ਹੈ ਤੇ ਕ੍ਰਿਸਚੀਅਨ ਬਣਾ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਅੰਗਰੇਜ਼ਾਂ ਵੱਲੋਂ ਦਲੀਪ ਸਿੰਘ ਤੋਂ ਚਲਾਕੀ ਨਾਲ ਦਸਤਖਤ ਕਰਵਾ ਲਏ ਜਾਂਦੇ ਹਨ ਕਿ ਉਸ ਦੇ ਸਾਰੇ ਰਾਜ ਭਾਗ ਤੇ ਕੋਹਿਨੂਰ ਹੀਰੇ ਦੇ ਮਾਲਕ ਹੁਣ ਅੰਗਰੇਜ਼ ਹੋਣਗੇ। ਲਾਰਡ ਡਲਹੌਜ਼ੀ ਖੁਦ ਲਾਹੌਰ ਆਉਂਦਾ ਹੈ ਤੇ ਕੋਹਿਨੂਰ ਹੀਰਾ ਇੰਗਲੈਂਡ ਲੈ ਕੇ ਜਾਂਦਾ ਹੈ। ਉਦੋਂ ਇੰਗਲੈਂਡ ਦੇ ਲੋਕ ਬੇਸਬਰੀ ਨਾਲ ਇਸ ਹੀਰੇ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਤੇ ਇਹ ਹੀਰਾ ਸ਼ਾਹੀ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਅੱਜ ਵੀ ਉੱਥੋਂ ਦੀ ਰਾਣੀ ਇਸ ਹੀਰੇ ਨੂੰ ਪਹਿਨਦੀ ਹੈ। ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ, ਕਮੈਂਟ ਕਰਕੇ ਜ਼ਰੂਰ ਦੱਸਣਾ।